पंजाबी शॉर्टहैंड डिक्टेशन स्पीड 80 शब्द प्रति मिनट। बी रेडी। स्टार्ट। एक सी राजा एक सी राणी डंडी। साडियां नानियां दादियां पड़नानियां पड़दादियां अपनियां कहानियां इसे सतर नाल शुरू करदियां सन डंडी। इन्हां कहानियां विच जे राजा दयालू अते सूझवान हुंदा तां राजे राणी ते उन्हां दे धीआं पुत्तां राजकुमारां राजकुमारियां दी जिੱਤ हुंदी अते जे राजा ਜ਼ਾਲਮ ते ਧੋਖੇਬਾਜ਼ हुंदा तां ਉਹ ते उस दी मंडली हर जांदी डंडी। पैरा चेंज। ਭਾਰਤ ਦੇ ਗੁਆਂਢੀ ਦੇਸ਼ ਦੇ ਰਾਸ਼ਟਰਪਤੀ ਦੀ ਕਹਾਣੀ ਵੀ ਕੁਝ ਇੱਦਾਂ ਦੱਸੀ ਜਾ ਸਕਦੀ ਹੈ ਡੰਡੀ। ਇੱਕ ਸੀ ਰਾਸ਼ਟਰਪਤੀ ਗੋਟਾਯਾਬਾ ਰਾਜਪਕਸੇ ਡੰਡੀ। ਉਹ ਅਜੇ ਜਿਉਂਦਾ ਹੈ। ਉਸਨੇ 14 ਜੁਲਾਈ ਨੂੰ ਰਾਸ਼ਟਰਪਤੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਡੰਡੀ। ਉਸਦੇ ਪਰਿਵਾਰ ਦੀ ਕਹਾਣੀ ਕਿਸੇ ਰਾਜ ਪਰਿਵਾਰ ਦੀ ਕਹਾਣੀ ਤੋਂ ਘੱਟ ਨਹੀਂ ਹੈ ਡੰਡੀ। ਉਸਦੇ ਪਿਤਾ ਡੌਨ ਐਲਵਿਨ ਰਾਜਪਕਸੇ ਸ੍ਰੀਲੰਕਾ ਫਰੀडम ਪਾਰਟੀ ਦੇ ਬਾਨੀਆਂ ਵਿੱਚੋਂ ਸੀ ਡੰਡੀ। ਉਹ 18 ਸਾਲ 1947 ਤੋਂ 1965 ਸ੍ਰੀਲੰਕਾ ਦੀ ਸੰਸਦ ਦਾ ਮੈਂਬਰ ਰਿਹਾ ਡੰਡੀ। 1959 1960 ਵਿੱਚ ਕੇਂਦਰ ਸਰਕਾਰ ਵਿੱਚ ਵਜ਼ੀਰ ਬਣਿਆ ਅਤੇ 1964 ਵਿੱਚ ਕੁਝ ਸਮੇਂ ਲਈ ਸੰਸਦ ਦਾ ਡਿਪਟੀ ਸਪੀਕਰ ਵੀ ਰਿਹਾ ਡੰਡੀ। ਇਹ ਪਰਿਵਾਰ ਬੁੱਧ ਧਰਮ ਨੂੰ ਮੰਨਦਾ ਹੈ ਅਤੇ ਇਸ ਦੇ ਬਹੁਤ ਸਾਰੇ ਮੈਂਬਰ ਬਹੁਤ ਲੰਮੇ ਸਮੇਂ ਤੱਕ ਕਈ ਸ੍ਰੀਲੰਕਨ ਸਰਕਾਰਾਂ ਵਿੱਚ ਵਜ਼ੀਰ ਅਤੇ ਹੋਰ ਅਹੁਦਿਆਂ 'ਤੇ ਰਹੇ ਹਨ ਡੰਡੀ। ਪਰਿਵਾਰ ਵਿੱਚ ਸਭ ਤੋਂ ਸ਼ਕਤੀਸ਼ਾਲੀ ਸਿਆਸਤਦਾਨ ਗੋਟਾਬਾਇਆ ਦਾ ਵੱਡਾ ਭਰਾ ਮਹਿੰਦਾ ਰਾਜਪਕਸੇ ਹੈ ਡੰਡੀ। ਜਿਨ੍ਹਾਂ ਅਹੁਦਿਆਂ 'ਤੇ ਉਹ ਰਿਹਾ ਹੈ ਉਹਨਾਂ ਦੀ ਗਿਣਤੀ ਕਾਫੀ ਜ਼ਿਆਦਾ ਹੈ ਡੰਡੀ। ਉਹ 9 ਸਾਲ ਤੋਂ ਵੱਧ ਸਮੇਂ ਲਈ 19 ਨਵੰਬਰ 2005 ਤੋਂ 9 ਜਨਵਰੀ 2015 ਤੱਕ ਦੇਸ਼ ਦਾ ਰਾਸ਼ਟਰਪਤੀ ਰਿਹਾ ਡੰਡੀ। 2004-5 2018 ਅਤੇ 2019 ਨਵੰਬਰ ਤੋਂ 9 ਮਈ 2022 ਤੱਕ ਦੇਸ਼ ਦਾ ਪ੍ਰਧਾਨ ਮੰਤਰੀ ਰਿਹਾ ਡੰਡੀ। 2019 ਤੋਂ 2021 ਤੱਕ ਉਸ ਕੋਲ ਦੇਸ਼ ਦਾ ਵਿੱਤ ਵਿਭਾਗ ਵੀ ਸੀ ਡੰਡੀ। ਹੈਰਾਨੀ ਦੀ ਗੱਲ ਇਹ ਹੈ ਕਿ 2005 ਤੋਂ 2015 ਤੱਕ ਦੇਸ਼ ਦਾ ਰਾਸ਼ਟਰਪਤੀ ਹੁੰਦਿਆਂ ਉਹ ਦੇਸ਼ ਦਾ ਵਿੱਤ ਮੰਤਰੀ ਵੀ ਸੀ ਅਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰੀ ਵੀ ਡੰਡੀ। ਰਾਸ਼ਟਰਪਤੀ ਹੁੰਦਿਆਂ ਉਸਨੇ 2010-15 ਤੱਕ ਬੰਦਰਗਾਹਾਂ ਜਹਾਜ਼ਰਾਨੀ ਤੇ ਸ਼ਾਹਰਾਹਾਂ ਬਾਰੇ ਮੰਤਰਾਲੇ ਦਾ ਭਾਰ ਵੀ ਸੰਭਾਲਿਆ ਅਤੇ 2013 ਤੋਂ 2015 ਤੱਕ ਕਾਨੂੰਨ ਮੰਤਰਾਲੇ ਦਾ ਵੀ ਡੰਡੀ। ਉਹ ਕਈ ਵਾਰ ਸੰਸਦ ਵਿੱਚ ਵਿਰੋਧੀ ਪਾਰਟੀ ਦਾ ਆਗੂ ਅਤੇ ਕਈ ਹੋਰ ਵਜ਼ਾਰਤਾਂ ਵਿੱਚ ਵਜ਼ੀਰ ਰਿਹਾ ਡੰਡੀ। ਇੱਕ ਹੋਰ ਭਰਾ ਬਾਸਿਲ ਰਾਜਪਕਸੇ ਵੀ ਇਸ ਮੰਤਰੀ ਮੰਡਲ ਵਿੱਚ ਵਿੱਤ ਮੰਤਰੀ ਸੀ ਅਤੇ ਪਰਿਵਾਰ ਦੇ ਕਈ ਹੋਰ ਮੈਂਬਰ ਵੀ ਇਸ ਵਜ਼ਾਰਤ ਵਿੱਚ ਮਹੱਤਵਪੂਰਨ ਅਹੁਦਿਆਂ 'ਤੇ ਸਨ ਡੰਡੀ। ਪੈਰਾ ਚੇਂਜ। ਜਦੋਂ ਮਹਿੰਦਾ ਰਾਜਪਕਸੇ ਰਾਸ਼ਟਰਪਤੀ 2005 ਤੋਂ 2015 ਸੀ ਤਾਂ ਉਸ ਦਾ ਛੋਟਾ ਭਰਾ ਗੋਟਾਬਾਇਆ ਦੇਸ਼ ਦਾ ਰੱਖਿਆ ਮੰਤਰੀ ਸੀ ਡੰਡੀ। ਫੌਜ ਵਿੱਚ ਨੌਕਰੀ ਕਰਨ ਤੋਂ ਬਾਅਦ ਉਸ ਨੇ ਅਮਰੀਕਾ ਵਿੱਚ ਕੰਪਿਊਟਰ ਖੇਤਰ ਵਿੱਚ ਕਾਰੋਬਾਰ ਕੀਤਾ ਡੰਡੀ। 2005 ਵਿੱਚ ਉਹ ਅਮਰੀਕਾ ਤੋਂ ਪਰਤਿਆ ਅਤੇ ਭਰਾ ਦੀ
ਪੰਜਾਬੀ ਸ਼ਾਰਟ ਹੈਂਡ ਡਿਕਟੇਸ਼ਨ ਸਪੀਡ 85 ਸ਼ਬਦ ਪ੍ਰਤੀ ਮਿੰਟ ਬੀ ਰੈਡੀ। ਸਟਾਰਟ। ਤਾਮਿਲ ਲੋਕ ਲਿਬਰੇਸ਼ਨ ਟਾਈਗਰਸ ਆਫ ਤਾਮਿਲ ਇਲਮ ਲਿਟੇ ਦੀ ਅਗਵਾਈ ਵਿੱਚ ਦੇਸ਼ ਤੋਂ ਵੱਖ ਹੋਣਾ ਚਾਹੁੰਦੇ ਸਨ। ਡੰਡੀ ਉਸ ਦੀ ਅਗਵਾਈ ਵਿੱਚ ਫੌਜ ਨੇ ਲਿਟੇ ਨੂੰ ਹਰਾ ਦਿੱਤਾ। ਡੰਡੀ ਉਸਨੇ ਹੁਕਮ ਦਿੱਤੇ ਸਨ ਕਿ ਲਿਟੇ ਦੇ ਕਿਸੇ ਦਸਤੇ ਵੱਲੋਂ ਹਥਿਆਰ ਸੁੱਟਣ ਦੀ ਪੇਸ਼ਕਸ਼ ਪ੍ਰਵਾਨ ਨਾ ਕੀਤੀ ਜਾਵੇ ਅਤੇ ਉਹਨਾਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਜਾਵੇ। ਡੰਡੀ ਲਿਟੇ ਨਾਲ ਸੰਬੰਧਿਤ ਲੜਾਕੂਆਂ ਦੇ ਨਾਲ 40,000 ਸਿਵਲੀਅਨ ਤਾਮਿਲਾਂ ਨੂੰ ਵੀ ਮੌਤ ਦੇ ਘਾਟ ਉਤਾਰਿਆ ਗਿਆ। ਡੰਡੀ ਉਸ 'ਤੇ ਫੌਜੀ ਸਾਜ਼ੋ ਸਮਾਨ ਵਿੱਚ ਰਿਸ਼ਵਤ ਲੈਣ ਦੇ ਇਲਜ਼ਾਮ ਵੀ ਲੱਗੇ। ਡੰਡੀ ਉਹ ਆਪਣੇ ਵਿਰੋਧੀਆਂ ਪੱਤਰਕਾਰਾਂ ਤੇ ਸਿਆਸੀ ਆਗੂਆਂ ਨੂੰ ਕਤਲ ਕਰਵਾਉਣ ਲਈ ਆਪਣੇ ਹਥਿਆਰਬੰਦ ਦਸਤੇ ਭੇਜਦਾ ਸੀ, ਪਰ ਤਾਮਿਲ ਟਾਈਗਰਾਂ ਨੂੰ ਕੁਚਲਣ ਵਿੱਚ ਮਿਲੀ ਸਫਲਤਾ ਕਾਰਨ ਉਹ ਸ੍ਰੀਲੰਕਾ ਦੇ ਬਹੁਗਿਣਤੀ ਫਿਰਕੇ ਭਾਵ ਬੋਧੀਆਂ ਦਾ ਨਾਰਾਜ਼ ਪਕਸੇ ਪਰਿਵਾਰ ਦੇ ਭ੍ਰਿਸ਼ਟਾਚਾਰ ਦੀ ਕਹਾਣੀ ਅਦਭੁਤ ਹੈ। ਡੰਡੀ ਇਉਂ ਲੱਗਦਾ ਹੈ ਜਿਵੇਂ ਲੰਕਾ ਦਾ ਸਾਰਾ ਸੋਨਾ ਇਸੇ ਪਰਿਵਾਰ ਨੇ ਹੀ ਲੁੱਟ ਲਿਆ ਹੋਵੇ। ਡੰਡੀ ਪਰਿਵਾਰ ਦੀ ਦੌਲਤ ਦਾ ਕੋਈ ਹਿਸਾਬ ਕਿਤਾਬ ਨਹੀਂ। ਡੰਡੀ ਕੁਝ ਅਨੁਮਾਨਾਂ ਅਨੁਸਾਰ ਤਾਂ ਪਰਿਵਾਰ ਦੇ ਸਭ ਮੈਂਬਰਾਂ ਦੀ ਜਾਇਦਾਦ ਲਗਭਗ $1 ਟ੍ਰਿਲੀਅਨ, 1,000 ਕਰੋੜ ਡਾਲਰ ਜਾਂ 10 ਲੱਖ ਕਰੋੜ ਸ੍ਰੀਲੰਕਨ ਰੁਪਈਏ ਹੈ, ਜਦੋਂ ਕਿ ਦੇਸ਼ ਚੀਨ, ਭਾਰਤ ਅਤੇ ਵਿਸ਼ਵ ਵਿੱਤ ਫੰਡ IMF ਤੋਂ ਕੁਝ ਲੱਖ ਡਾਲਰ ਦੀ ਭੀਖ ਮੰਗ ਰਿਹਾ ਹੈ। ਡੰਡੀ ਪਰਿਵਾਰ ਦੇ ਮੈਂਬਰਾਂ ਦੇ ਟੈਲੀਫੋਨ, ਹੋਟਲ, ਏਅਰਲਾਈਨਜ਼, ਖੇਡਾਂ, ਮੀਡੀਆ, ਚਾਹ, ਸੀਮੈਂਟ, ਫਿਲਮਾਂ, ਹੀਰੇ ਜਵਾਹਰਾਤ, ਫੌਜੀ ਸਾਜ਼ੋ ਸਾਮਾਨ, ਜਹਾਜ਼ਰਾਨੀ, ਇਮਾਰਤ ਸਾਜ਼ੀ ਅਤੇ ਹੋਰ ਖੇਤਰਾਂ ਵਿੱਚ ਵੱਡੇ ਕਾਰੋਬਾਰ ਹਨ। ਕੀਮਤੀ ਜ਼ਮੀਨਾਂ ਹਨ। 2 ਆਪਣੇ ਟਾਪੂ ਹਨ, ਇੱਕ ਸੇਸ਼ਲਜ਼ ਲਾਗੇ ਅਤੇ ਇੱਕ ਮਾਲਦੀਵਜ਼ ਲਾਗੇ। ਡੰਡੀ ਭ੍ਰਿਸ਼ਟਾਚਾਰ ਰਾਜਪਕਸੇ ਪਰਿਵਾਰ ਤੱਕ ਸੀਮਤ ਨਹੀਂ। ਡੰਡੀ ਤੱਥ ਇਹ ਹੈ ਕਿ ਦੇਸ਼ ਦੇ ਹੋਰ ਵੱਡੇ ਸਿਆਸੀ ਪਰਿਵਾਰਾਂ, ਪ੍ਰਸ਼ਾਸਕਾਂ, ਵੱਖ-ਵੱਖ ਅਹੁਦਿਆਂ 'ਤੇ ਰਹੇ ਅਧਿਕਾਰੀਆਂ, ਵਪਾਰੀਆਂ, ਕਾਰੋਬਾਰੀਆਂ, ਕਾਰਪੋਰੇਟਾਂ ਸਭ ਨੇ ਮਿਲ ਕੇ ਲੋਕਾਂ ਨੂੰ ਲੁੱਟਿਆ ਹੈ। ਡੰਡੀ ਪੈਰਾ ਚੇਂਜ ਭ੍ਰਿਸ਼ਟਾਚਾਰ ਤਸਵੀਰ ਦਾ ਇੱਕ ਪਾਸਾ ਹੈ, ਪਰ ਪ੍ਰਮੁੱਖ ਸਵਾਲ ਇਹ ਹੈ ਕਿ ਰਾਜਪਕਸੇ ਪਰਿਵਾਰ ਨੂੰ ਇੰਨੀ ਵੱਡੀ ਪੱਧਰ 'ਤੇ ਭ੍ਰਿਸ਼ਟਾਚਾਰ ਕਰਨ ਦੀ ਤਾਕਤ ਕਿੱਥੋਂ ਪ੍ਰਾਪਤ ਹੋਈ। ਡੰਡੀ ਸਪਸ਼ਟ ਹੈ ਕਿ ਇਹ ਤਾਕਤ ਲਗਾਤਾਰ ਸੱਤਾ ਵਿੱਚ ਰਹਿਣ ਨਾਲ ਪ੍ਰਾਪਤ ਹੋਈ। ਡੰਡੀ ਇਸ ਤੋਂ ਇਹ ਸਵਾਲ ਪੈਦਾ ਹੁੰਦਾ ਹੈ ਕਿ ਇਸ ਪਰਿਵਾਰ ਕੋਲ ਜਾਦੂ ਦੀ ਅਜਿਹੀ ਕਿਹੜੀ ਛੜੀ ਸੀ ਜਿਸ ਕਾਰਨ ਸ੍ਰੀਲੰਕਾ ਦੇ ਲੋਕ ਉਹਨਾਂ ਨੂੰ ਲਗਾਤਾਰ ਵੋਟਾਂ ਪਾ ਕੇ ਨਿਵਾਜਦੇ ਅਤੇ ਵੱਡੇ ਅਹੁਦਿਆਂ 'ਤੇ ਬਿਠਾਉਂਦੇ ਰਹੇ। ਡੰਡੀ ਇਸ ਦਾ ਜਵਾਬ ਇਹ ਹੈ ਕਿ ਉਹ ਜਾਦੂ ਦੀ ਛੜੀ ਸੀ ਸਿੰਨਹਾਲੀ ਅੰਧ-ਰਾਸ਼ਟਰਵਾਦ ਅਤੇ ਦੇਸ਼ ਦੇ ਘੱਟ ਗਿਣਤੀ ਫਿਰਕਿਆਂ, ਤਾਮਿਲ, ਮੁਸਲਮਾਨ, ਈਸਾਈ ਆਦਿ ਦੇ ਲੋਕਾਂ ਨਾਲ ਨਫ਼ਰਤ, ਜਿਸ ਤਹਿਤ ਦੇਸ਼ ਦੀਆਂ ਘੱਟ ਗਿਣਤੀਆਂ ਨੂੰ ਲਗਾਤਾਰ ਹਾਸ਼ੀਏ 'ਤੇ ਧੱਕਿਆ ਗਿਆ ਅਤੇ ਬਹੁ-ਗਿਣਤੀ ਫਿਰਕੇ ਸਿੰਨਹਾਲੀ ਬੋਧੀਆਂ ਦਾ ਬੋਲਬਾਲਾ ਹੋਇਆ। ਡੰਡੀ ਇਹ ਕਹਾਣੀ ਬਹੁਤ ਲੰਮੀ ਹੈ। ਡੰਡੀ 1948 ਵਿੱਚ ਆਜ਼ਾਦੀ ਮਿਲਣ ਸਮੇਂ ਜਿਹੜਾ ਸੰਵਿਧਾਨ ਲਾਗੂ ਕੀਤਾ ਗਿਆ,
ਪੰਜਾਬੀ ਸ਼ਾਰਟ ਹੈਂਡ ਡਿਕਟੇਸ਼ਨ ਸਪੀਡ 90 ਸ਼ਬਦ ਪ੍ਰਤੀ ਮਿੰਟ ਵੀ ਰੈਡੀ। ਸਟਾਰਟ। ਕਿਹਾ ਜਾਂਦਾ ਸੀ ਡੰਡੀ ਦੇਸ਼ ਦਾ ਨਾਂ ਵੀ ਸੀਲੋਨ ਸ੍ਰੀਲੰਕਾ ਦਾ ਅੰਗਰੇਜ਼ੀ ਨਾਮ ਸੀ ਅਤੇ ਦੇਸ਼ ਆਸਟ੍ਰੇਲੀਆ, ਕੈਨੇਡਾ ਤੇ ਕੁਝ ਹੋਰ ਦੇਸ਼ਾਂ ਦੀ ਤਰ੍ਹਾਂ ਇੰਗਲੈਂਡ ਦੀ ਰਾਣੀ ਨੂੰ ਦੇਸ਼ ਦੀ ਸੰਵਿਧਾਨਿਕ ਮੁਖੀ ਮੰਨਦਾ ਸੀ ਡੰਡੀ। ਇਸ ਦ੍ਰਿਸ਼ਟੀਕੋਣ ਦੀ ਪ੍ਰਮੁੱਖ ਖਾਸੀਅਤ ਇਹ ਸੀ ਕਿ ਇਹ ਵੱਖ-ਵੱਖ ਫਿਰਕਿਆਂ ਵਿੱਚ ਸਾਂਝੀਵਾਲਤਾ ਵਧਾਉਣ ਅਤੇ ਤਾਕਤਾਂ ਦਾ ਸਮਤੋਲ ਬਣਾ ਕੇ ਰੱਖਣਾ ਚਾਹੁੰਦਾ ਸੀ ਡੰਡੀ। ਸਿੰਨਹਾਲੀ ਸਿਆਸੀ ਪਾਰਟੀਆਂ ਨੂੰ ਇਹ ਸੰਵਿਧਾਨ ਬਹੁਤਾ ਪਸੰਦ ਨਹੀਂ ਡੰਡੀ। ਆਜ਼ਾਦੀ ਤੋਂ ਇੱਕਦਮ ਬਾਅਦ 1948 ਵਿੱਚ ਹੀ ਸੀਲੋਨ ਨਾਗਰਿਕਤਾ ਕਾਨੂੰਨ ਬਣਾਇਆ ਗਿਆ, ਜਿਸ ਨੇ ਲਗਭਗ 7 ਲੱਖ ਤਾਮਿਲਾਂ ਨੂੰ ਬੇਵਤਨੇ ਐਲਾਨ ਦਿੱਤਾ ਡੰਡੀ। ਲੱਖਾਂ ਤਾਮਿਲਾਂ ਨੂੰ ਜ਼ਬਰਦਸਤੀ ਭਾਰਤ ਭੇਜਿਆ ਗਿਆ ਡੰਡੀ। 1956 ਵਿੱਚ ਸਿਰਫ ਸਿੰਨਹਾਲਾ ਕਾਨੂੰਨ ਬਣਾਇਆ ਗਿਆ, ਜਿਸ ਵਿੱਚ ਸਿੰਨਹਾਲੀ ਭਾਸ਼ਾ ਨੂੰ ਦੇਸ਼ ਦੀ ਰਾਸ਼ਟਰ ਭਾਸ਼ਾ ਬਣਾ ਦਿੱਤਾ ਗਿਆ ਡੰਡੀ। 1972 ਵਿੱਚ ਬਣਾਏ ਨਵੇਂ ਸੰਵਿਧਾਨ ਵਿੱਚ ਘੱਟ ਗਿਣਤੀ ਫਿਰਕਿਆਂ ਦੇ ਹੱਕਾਂ ਨੂੰ ਬਿਲਕੁਲ ਨਜ਼ਰਅੰਦਾਜ਼ ਕਰ ਦਿੱਤਾ ਗਿਆ ਡੰਡੀ। 1956, 1958, 1977, 1981 ਅਤੇ 1983 ਵਿੱਚ ਤਾਮਿਲ ਵਿਰੋਧੀ ਦੰਗੇ ਹੋਏ ਡੰਡੀ। ਇੱਕ ਬਣ ਗਿਆ ਡੰਡੀ। ਤਾਮਿਲ ਘੱਟ ਗਿਣਤੀ ਨੇ ਇਹਨਾਂ ਰੁਝਾਨਾਂ ਦਾ ਵਿਰੋਧ ਕਰਦਿਆਂ ਦੇਸ਼ ਦੇ ਉੱਤਰ ਪੂਰਬ ਵਿੱਚ ਇੱਕ ਵੱਖਰੇ ਦੇਸ਼ ਜਾਂ ਖੁਦਮੁਖਤਿਆਰੀ ਵਾਲੇ ਖੇਤਰ ਦੀ ਮੰਗ ਕੀਤੀ ਡੰਡੀ। ਖਾਨਾ ਜੰਗੀ 30 ਸਾਲ ਤੱਕ ਚੱਲੀ ਡੰਡੀ। 21ਵੀਂ ਸਦੀ ਦੇ ਪਹਿਲੇ ਦਹਾਕੇ ਵਿੱਚ ਖਾਨਾ ਜੰਗੀ ਖਤਮ ਹੋਣ ਨਾਲ ਸਿੰਨਹਾਲੀ ਅੰਤਰਰਾਸ਼ਟਰਵਾਦ ਤੇਜ਼ੀ ਨਾਲ ਵਧਿਆ ਅਤੇ ਤਾਮਿਲ ਅਤੇ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਡੰਡੀ। ਬਹੁਗਿਣਤੀ ਫਿਰਕੇ ਦੇ ਲੋਕਾਂ ਨੇ ਰਾਜਪਕਸੇ ਪਰਿਵਾਰ ਦੁਆਰਾ ਕੀਤੀ ਜਾ ਰਹੀ ਲੁੱਟ ਨੂੰ ਨਜ਼ਰਅੰਦਾਜ਼ ਅਤੇ ਉਹਨਾਂ ਰਾਜਪਕਸੇ ਪਰਿਵਾਰ ਦੁਆਰਾ ਉਤਸ਼ਾਹਿਤ ਕੀਤੀ ਜਾ ਰਹੀ ਘੱਟ ਗਿਣਤੀਆਂ ਵਿਰੋਧੀ ਸਿਆਸਤ ਨੂੰ ਸਵੀਕਾਰ ਕਰਦਿਆਂ ਦੇਸ਼ ਦੀ ਵਾਗਡੋਰ 2019 ਵਿੱਚ ਫਿਰ ਇਸੇ ਪਰਿਵਾਰ ਨੂੰ ਸੌਂਪ ਦਿੱਤੀ ਡੰਡੀ। ਗੋਟਾਬਾਇਆ ਨੇ ਟੈਕਸ ਵੱਡੀ ਪੱਧਰ ਤੇ ਵਧਾਏ ਅਤੇ ਦੇਸ਼ ਵਿੱਚ ਸਿਰਫ ਜੈਵਿਕ ਤਰੀਕੇ ਨਾਲ ਖੇਤੀ ਕਰਨ ਦਾ ਫੈਸਲਾ ਕੀਤਾ ਡੰਡੀ। ਕੋਵਿਡ-19 ਦੀ ਮਹਾਮਾਰੀ ਨੇ ਮਸਲਾ ਹੋਰ ਉਲਝਾ ਦਿੱਤਾ ਡੰਡੀ। ਇਸ ਦੌਰਾਨ ਰਾਜਪਕਸੇ ਪਰਿਵਾਰ ਅਤੇ ਹੋਰ ਸਿਆਸੀ ਆਗੂਆਂ ਦੁਆਰਾ ਕੀਤੀ ਜਾ ਰਹੀ ਲੁੱਟ ਖਸੁੱਟ ਲਗਾਤਾਰ ਜਾਰੀ ਰਹੀ, ਜਿਸ ਦੇ ਨਤੀਜੇ ਤਬਾਹਕੁੰਨ ਸਾਬਤ ਹੋਏ ਹਨ ਡੰਡੀ। ਜਿਨ੍ਹਾਂ ਲੋਕਾਂ ਨੇ ਰਾਸ਼ਟਰਪਤੀ ਭਵਨ ਅਤੇ ਹੋਰ ਸਰਕਾਰੀ ਸਥਾਨਾਂ ਤੇ ਕਬਜ਼ਾ ਕਰਕੇ ਹਕੂਮਤ ਡੇਗੀ ਹੈ, ਉਨ੍ਹਾਂ ਲੋਕਾਂ ਨੇ ਹੀ ਨਫ਼ਰਤੀ ਸਿਆਸਤ ਅਤੇ ਅੰਤਰਰਾਸ਼ਟਰਵਾਦ ਵਿੱਚ ਵਿਸ਼ਵਾਸ ਕਰਦਿਆਂ ਗੋਟਾਬਾਇਆ ਪਰਿਵਾਰ ਨੂੰ ਸੱਤਾਧਾਰੀ ਬਣਾਇਆ ਸੀ ਡੰਡੀ। ਅਜੋਕੇ ਸਮਿਆਂ ਦੀਆਂ ਕਹਾਣੀਆਂ ਨਾ ਤਾਂ ਇੱਕ ਸੀ ਰਾਜਾ ਜਿਹੇ ਵਾਕ ਨਾਲ ਸ਼ੁਰੂ ਹੋ ਸਕਦੀਆਂ ਹਨ ਅਤੇ ਨਾ ਹੀ ਰਾਜ ਪਰਿਵਾਰ ਦੀ ਜਿੱਤ ਜਾਂ ਹਾਰ ਨਾਲ ਖਤਮ ਹੋ ਸਕਦੀਆਂ ਹਨ ਡੰਡੀ। ਗੋਟਾਬਾਇਆ ਪਰਿਵਾਰ ਸੱਤਾ ਤੋਂ ਬਾਹਰ ਹੋ ਗਿਆ ਹੈ, ਪਰ ਅੰਤਰਰਾਸ਼ਟਰਵਾਦੀ ਅਤੇ ਫਿਰਕਾ ਪ੍ਰਸਤੀ ਵਿਚਾਰਧਾਰਾ ਅਨੁਸਾਰ ਜਿਉਂਦੇ ਰਹੇ ਲੋਕ ਜੋ ਹੁਣ ਅੰਦੋਲਨਕਾਰੀ ਬਣੇ ਹੋਏ ਹਨ, ਮੰਝਧਾਰ ਵਿੱਚ ਫਸੇ ਹੋਏ ਹਨ ਡੰਡੀ। ਉਹ ਘੱਟ ਗਿਣਤੀ ਫਿਰਕਿਆਂ ਪ੍ਰਤੀ ਆਪਣੀ ਨਫ਼ਰਤ ਤੋਂ ਪਿੱਛਾ ਛੁਡਾਉਣ ਤੋਂ ਅਸਮਰੱਥ ਹਨ ਡੰਡੀ। ਉਹ ਇਸ ਨਫ਼ਰਤ ਵਿੱਚ ਜਿਉਂਦਿਆਂ ਆਪਣੇ ਲਈ ਬਿਹਤਰ ਜ਼ਿੰਦਗੀ ਦੀ ਉਮੀਦ ਕਰਦੇ ਹਨ ਡੰਡੀ। ਕਹਾਣੀ ਦਾ ਸਾਰ ਤੱਤ ਇਹ ਹੈ ਕਿ ਘੱਟ ਗਿਣਤੀ ਫਿਰਕਿਆਂ ਨੂੰ ਨੁਕਰੇ ਲਾਉਣ ਲਈ ਬਹੁਗਿਣਤੀ ਫਿਰਕੇ ਦੇ ਲੋਕਾਂ ਨੇ ਧਾਰਮਿਕ ਭਾਵਨਾਵਾਂ ਤੇ ਸਿਆਸਤ ਕਰਨ ਵਾਲੇ ਆਗੂਆਂ ਨੂੰ
ਪੰਜਾਬੀ ਸ਼ਾਰਟਹੈਂਡ ਡਿਕਟੇਸ਼ਨ ਸਪੀਡ 90 ਸ਼ਬਦ ਪ੍ਰਤੀ ਮਿੰਟ। ਵੀ ਰੈਡੀ ਸਟਾਰਟ। ਕੁਝ ਵਿਦਵਾਨ ਇਸ ਨੂੰ ਕਾਵਿਮਈ ਢੰਗ ਨਾਲ ਹੋਇਆ ਨਿਆਂ ਕਹਿਣਗੇ, ਪਰ ਇਸ ਸਭ ਕੁਝ ਦਾ ਖਮਿਆਜ਼ਾ ਆਖਰਕਾਰ ਲੋਕਾਂ ਨੂੰ ਹੀ ਭੁਗਤਣਾ ਪੈਣਾ ਹੈ। ਡੰਡੀ ਸ੍ਰੀਲੰਕਾ ਦੇ ਵੱਖ-ਵੱਖ ਫਿਰਕਿਆਂ ਦੇ ਲੋਕਾਂ ਕੋਲ ਸਾਂਝੀਵਾਲਤਾ ਦੀ ਸੋਚ ਅਪਣਾ ਕੇ ਜਮਹੂਰੀਅਤ ਬਹਾਲ ਕਰਨ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਹੈ। ਡੰਡੀ ਇਹ ਕੰਮ ਔਖਾ, ਜਟਿਲ ਅਤੇ ਮੁਸ਼ਕਲਾਂ ਭਰਪੂਰ ਹੈ। ਡੰਡੀ ਲੰਮੀ ਸੋਚ ਵਾਲੇ ਦਾਨੀਸ਼ਵਰ ਸਿਆਸਤਦਾਨ ਹੀ ਲੋਕਾਂ ਵਿੱਚ ਏਕਤਾ ਤੇ ਸਮਤਾ ਪੈਦਾ ਕਰਕੇ ਮੰਝਧਾਰ ਵਿੱਚ ਡੋਲ ਰਹੇ ਬੇੜੇ ਨੂੰ ਕਿਨਾਰੇ ਤੇ ਲਗਾ ਸਕਦੇ ਹਨ। ਡੰਡੀ ਠੇਸ ਪਹੁੰਚਾਉਣ, ਬੇਇੱਜ਼ਤ ਕਰਨ ਦਾ ਹੱਕ ਅਤੇ ਬੇਇੱਜ਼ਤੀ ਠੇਸ ਦਾ ਸ਼ਿਕਾਰ ਹੋਣ ਦਾ ਹੱਕ ਸਾਡੇ ਸੰਵਿਧਾਨ ਦੀ ਬੁਨਿਆਦੀ ਹੱਕਾਂ ਅਤੇ ਬਾਰੇ ਮਜ਼ਬੂਤ ਸੂਚੀ ਵਿੱਚੋਂ ਦੋ ਗਾਇਬ ਇੰਦਰਾਜ ਹਨ। ਇਸ ਦੇ ਬਾਵਜੂਦ ਇਹ ਦੋਵੇਂ ਬੀਤੇ ਕੁਝ ਹਫ਼ਤਿਆਂ ਤੋਂ ਸਾਡੇ ਜਨਤਕ ਵਿਖਿਆਨ ਵਿੱਚ ਪੂਰੀ ਤਰ੍ਹਾਂ ਛਾਏ ਹੋਏ ਹਨ। ਡੰਡੀ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸਮਾਜਿਕ ਗਰੁੱਪ ਠੇਸ ਪਹੁੰਚਾਉਣ ਅਤੇ ਠੇਸ ਦਾ ਸ਼ਿਕਾਰ ਹੋਣ ਲਈ ਕਾਹਲਾ ਹੈ, ਜਿਵੇਂ ਇਸ ਦੀ ਮੂਲ ਹੋਂਦ ਹੀ ਫਿਰਕੂ ਬੇਅਦਬੀ ਦੇ ਇਹਨਾਂ ਦੋ ਗੁਣਾਂ ਤੋਂ ਤੈਅ ਹੁੰਦੀ ਹੈ। ਡੰਡੀ ਇਹਨਾਂ ਦੋਵਾਂ ਗੁਣਾਂ ਵਿੱਚੋਂ ਪਹਿਲਾ ਭਾਵ ਠੇਸ ਪਹੁੰਚਾਉਣਾ ਹਰ ਤਰ੍ਹਾਂ ਦੀ ਨਫ਼ਰਤੀ ਬਿਆਨਬਾਜ਼ੀ ਤੇ ਬੋਲਬਾਣੀ ਦਾ ਸੋਮਾ ਹੈ, ਜਿਸ ਦਾ ਮਕਸਦ ਦੂਜਿਆਂ ਨੂੰ ਠੇਸ ਪਹੁੰਚਾਉਣਾ ਤੇ ਦੁਖੀ ਕਰਨਾ ਹੈ। ਅਤੇ ਦੂਜਾ ਗੁਣ ਭਾਵਨਾਵਾਂ ਨੂੰ ਠੇਸ ਪਹੁੰਚਣ ਕਾਰਨ ਦੁਖੀ ਕਰਦਾ ਹੈ। ਡੰਡੀ ਇਸ ਲਈ ਸਮੂਹ ਪਛਾਣ ਦੇ ਮਕਸਦ ਨਾਲ ਫਰਜ਼ੀ ਠੇਸ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਵਿੱਚ ਗੈਰ ਰਸਮੀ ਸਬੰਧ ਹੈ। ਡੰਡੀ ਦੋਵਾਂ ਨੇ ਹੀ ਹੁਣ ਅਦਾਕਾਰੀ ਕਲਾ ਦਾ ਦਰਜਾ ਹਾਸਲ ਕਰ ਲਿਆ ਹੈ, ਜਿਸ ਨੂੰ ਬਾਕਾਇਦਾ ਪਟਕਥਾ ਤਿਆਰ ਕਰਕੇ ਉਸ ਮੁਤਾਬਕ ਨਿਊਜ਼ ਐਂਕਰਾਂ ਵੱਲੋਂ ਟੈਲੀਵਿਜ਼ਨ ਚੈਨਲਾਂ ਉੱਤੇ ਅਦਾਕਾਰੀ ਪੇਸ਼ਕਾਰੀ ਕਰਦਿਆਂ ਆਪਣੇ ਨਫ਼ਰਤ ਭਰੇ ਦਰਸ਼ਕਾਂ ਸਾਹਮਣੇ ਪਰੋਸਿਆ ਜਾਂਦਾ ਹੈ। ਅਤੇ ਇਹ ਦਰਸ਼ਕ ਬਦਲੇ ਵਿੱਚ ਇਹਨਾਂ ਚੈਨਲਾਂ ਨੂੰ ਟੈਲੀਵਿਜ਼ਨ ਰੇਟਿੰਗ ਪੁਆਇੰਟਸ TRP ਦਿੰਦੇ ਹਨ, ਤਾਂ ਕਿ ਨਿਊਜ਼ ਚੈਨਲ ਇਸ਼ਤਿਹਾਰਾਂ ਤੇ ਸਪਾਂਸਰਸ਼ਿਪਾਂ ਰਾਹੀਂ ਇਸ ਨਫ਼ਰਤ ਤੋਂ ਕਮਾਈ ਕਰਨ ਦੇ ਸਮਰੱਥ ਹੋ ਸਕਣ। ਡੰਡੀ ਇਹ ਸਮਾਜਿਕ ਖਰਾਬੀ UPA ਹਕੂਮਤ ਦੌਰਾਨ ਭ੍ਰਿਸ਼ਟ ਕੇਂਦਰ ਸਰਕਾਰ ਖਿਲਾਫ ਨਾਲ ਹੀ ਕੁਝ ਦਾਗੀ ਤੇ ਸਮਝੌਤਾਵਾਦੀ ਪੱਤਰਕਾਰਾਂ ਖਿਲਾਫ, ਜਿਹੜੇ ਰਾਡੀਆ ਟੇਪਸ ਵਿੱਚ ਫਸ ਗਏ ਸਨ, ਸੱਚੀ ਨਾਰਾਜ਼ਗੀ ਵਜੋਂ ਸ਼ੁਰੂ ਹੋਈ, ਪਰ ਹੌਲੀ-ਹੌਲੀ ਇਹ ਨੈਤਿਕਤਾਵਾਦੀ ਰੋਹ ਸਿਆਸੀ ਰੂਪ ਧਾਰ ਗਿਆ ਅਤੇ ਫਿਰ ਫਿਰਕੂ ਹੋ ਗਿਆ, ਜਿੱਥੇ ਗੱਲਬਾਤ ਦੇ ਸਾਰੇ ਸੱਭਿਅਕ ਨੇਮ ਤਾਕ ਉੱਤੇ ਰੱਖ ਦਿੱਤੇ ਗਏ ਹਨ, ਖਾਸਕਰ ਖਬਰੀ ਚੈਨਲਾਂ ਉੱਤੇ, ਜਿੱਥੇ ਧੱਕੇਸ਼ਾਹੀ ਆਮ ਨਿਯਮ ਬਣ ਗਈ ਹੈ ਅਤੇ ਅਹਿਮ ਕਾਨਾਂ ਤੇ ਉੱਚੀ ਆਵਾਜ਼ ਵਿੱਚ ਇੱਕ ਦੂਜੇ ਨੂੰ ਧਮਕੀਆਂ ਦੇਣ ਤੇ ਖੁੱਲ੍ਹ ਕੇ ਗਾਲੀ ਗਲੋਚ ਵਾਲੀ ਭਾਸ਼ਾ ਦੇ ਇਸਤੇਮਾਲ ਨੂੰ ਹੀ ਬਹਿਸ ਆਖਿਆ ਜਾਂਦਾ ਹੈ। ਡੰਡੀ ਇਸ ਸਿੱਧੇ ਪ੍ਰਸਾਰਨ ਤਹਿਤ ਦਿਖਾਈ ਜਾਂਦੀ ਬਹਿਸ ਵਿੱਚ TV ਸਕਰੀਨ ਵੱਖੋ-ਵੱਖ ਮਾਹਿਰਾਂ ਨਾਲ ਭਰੀ ਹੁੰਦੀ ਹੈ ਅਤੇ ਐਂਕਰ ਮੇਜ਼ਬਾਨ ਦੀ ਅਗਵਾਈ ਹੇਠ ਇਹ ਮਾਹਿਰ ਇੱਕ ਵਿਅਕਤੀ, ਜੋ ਆਮ ਕਰਕੇ ਮੁਸਲਮਾਨ ਹੁੰਦਾ ਹੈ, ਉੱਤੇ ਹਮਲਾ ਬੋਲ ਰਹੇ ਅਤੇ ਤਨਜ਼ ਕੱਸ ਰਹੇ ਹੁੰਦੇ ਹਨ। ਡੰਡੀ ਦੂਜੇ ਪਾਸੇ ਇੱਕੋ ਇੱਕ ਮੁਸਲਿਮ ਬੁਲਾਰਾ ਵੀ ਉਸ ਨੂੰ ਦਿੱਤੀ ਪਟਕਥਾ ਮੁਤਾਬਕ ਕਿਰਦਾਰ ਨਿਭਾਉਂਦਾ ਆਪਣੀ ਅਦਾਕਾਰੀ ਦਾ ਆਨੰਦ ਮਾਣ
ਪੰਜਾਬੀ ਸ਼ਾਰਟ ਹੈਂਡ ਡਿਕਟੇਸ਼ਨ ਸਪੀਡ 95 ਸ਼ਬਦ ਪ੍ਰਤੀ ਮਿੰਟ। ਬੀ ਰੈਡੀ। ਸਟਾਰਟ। ਸਮੂਹਾਂ ਵਿੱਚ ਮਸ਼ਹੂਰ ਹਸਤੀਆਂ ਵਾਲਾ ਰੁਤਬਾ ਤੇ ਸਮਾਜਿਕ ਮਾਨਤਾ ਵੀ ਦਿਵਾਉਂਦੀ ਹੈ ਡੰਡੀ। ਝਗੜਿਆਂ ਦੇ ਇਹ ਮਾਹਿਰ ਅਣਜਾਣੇ ਵਿੱਚ ਸਾਰੇ ਸਮਾਜ ਵਿੱਚ ਨਫ਼ਰਤ ਨੂੰ ਵਾਜਬ ਬਣਾ ਰਹੇ ਹਨ ਡੰਡੀ। ਪਛਾਣ ਦੀ ਸਿਆਸਤ ਇਸ ਕਾਰਨ ਕਾਰਗਰ ਸਾਬਤ ਹੁੰਦੀ ਹੈ ਕਿਉਂਕਿ ਆਮ ਜਨਤਾ ਆਪਣੇ ਆਪ ਨੂੰ ਕਿਸੇ ਆਗੂ ਜਾਂ ਤਰਜਮਾਨ ਬੁਲਾਰੇ ਨਾਲ ਜੋੜ ਕੇ ਪਛਾਣਨ ਵੱਲ ਰੁਚਿਤ ਹੁੰਦੀ ਹੈ ਡੰਡੀ। ਟੀਵੀ ਮੇਜ਼ਬਾਨਾਂ ਤੇ ਮਾਹਿਰਾਂ ਨੇ ਤਰਜਮਾਨਾਂ ਦਾ ਕਿਰਦਾਰ ਨਿਭਾਉਣਾ ਸ਼ੁਰੂ ਕਰ ਦਿੱਤਾ ਹੈ, ਜਿਹੜੇ ਬੇਗਾਨੇਪਣ ਤੇ ਨਫ਼ਰਤੀ ਭਾਸ਼ਾ ਦਾ ਇਸਤੇਮਾਲ ਕਰਦਿਆਂ ਪਛਾਣ ਦੀ ਸਿਆਸਤ ਦੀਆਂ ਚਿੰਤਾਵਾਂ ਨੂੰ ਹੁਲਾਰਾ ਦਿੰਦੇ ਹਨ ਡੰਡੀ। ਨੂਪੁਰ ਸ਼ਰਮਾ ਦੇ ਨਫ਼ਰਤੀ ਭਾਸ਼ਣ ਵਾਲੇ ਘਟਨਾਕ੍ਰਮ ਅਤੇ ਖਾੜੀ ਤਾਲਮੇਲ ਕੌਂਸਲ ਦੇ ਮੈਂਬਰ ਮੁਲਕਾਂ ਵੱਲੋਂ ਇਸ ਪ੍ਰਤੀ ਦਿੱਤੀ ਪ੍ਰਤੀਕਿਰਿਆ ਵਿੱਚ ਸੱਚਮੁੱਚ ਦੇ ਕਤਲਾਂ ਦਾ ਕਾਰਨ ਬਣ ਗਈ ਹੈ, ਜੋ ਠੇਸ ਪਹੁੰਚਾਉਣ ਦੇ ਹੱਕ ਅਤੇ ਠੇਸ ਦਾ ਸ਼ਿਕਾਰ ਹੋਣ ਦੇ ਹੱਕ ਦੀ ਵਰਤੋਂ ਦਾ ਸਿਰਾ ਹੈ ਡੰਡੀ। ਸਾਡੇ ਕੋਲ ਕਤਲ ਦੇ ਤਰਕਪੂਰਨ ਸਿੱਟੇ ਉਹ ਉੱਤੇ ਖਤਮ ਹੋਣ ਵਾਲੇ ਬੇਰਹਿਮ ਵਿਹਾਰ ਦੇ ਟਕਰਾਅ ਵਾਲੇ ਵਿਸ਼ੇਸ਼ ਅਧਿਕਾਰਾਂ ਦੇ ਤਾਣੇ ਬਾਣੇ ਦਾ ਪੂਰਾ ਚੱਕਰ ਹੈ ਡੰਡੀ। ਹਮਲਾਵਰ ਵਿਹਾਰ ਦੇ ਇਸ ਚੱਕਰ ਨੂੰ ਹੁਣ ਵੱਖ-ਵੱਖ ਵਿਚਾਰਧਾਰਾਵਾਂ ਵਾਲੇ ਮੌਕਾ ਪ੍ਰਸਤ ਸਿਆਸਤਦਾਨਾਂ ਵੱਲੋਂ ਇਸ ਤਰ੍ਹਾਂ ਕਾਂਟ-ਛਾਂਟ ਕਰਕੇ ਘੋਖਿਆ ਜਾ ਰਿਹਾ ਹੈ ਕਿ ਇਹਨਾਂ ਦਾ ਕਿਹੜਾ ਹਿੱਸਾ ਉਹਨਾਂ ਨੂੰ ਮੁਆਫਕ ਬਹਿੰਦਾ ਹੈ ਅਤੇ ਉਹਨਾਂ ਨੂੰ ਕਿਸ ਹਿੱਸੇ ਨੂੰ ਨਿਸ਼ਾਨਾ ਬਣਾਉਣਾ ਚਾਹੀਦਾ ਹੈ। ਪਰ ਇਸ ਗੱਲ ਨੂੰ ਸਮਝੇ ਬਿਨਾਂ ਕਿ ਨਫ਼ਰਤ ਦੀ ਚੀਰ-ਫਾੜ ਨਹੀਂ ਕਰਨੀ ਚਾਹੀਦੀ, ਸਗੋਂ ਇਸ ਨੂੰ ਮੁਕੰਮਲ ਤੌਰ 'ਤੇ ਰੱਦ ਅਤੇ ਨਾਮਨਜ਼ੂਰ ਕੀਤਾ ਜਾਣਾ ਚਾਹੀਦਾ ਹੈ ਡੰਡੀ। ਜੇ ਫਿਰ ਸਮੁੱਚੇ ਤੌਰ 'ਤੇ ਮਜ਼ਹਬ ਹੀ ਸਮੱਸਿਆ ਹੈ ਤਾਂ ਸਾਨੂੰ ਚੰਗੇ ਧਾਰਮਿਕ ਵਿਹਾਰ ਤੇ ਬੁਰੇ ਧਾਰਮਿਕ ਵਿਹਾਰ ਦੀ ਤਲਾਸ਼ ਨਹੀਂ ਕਰਨੀ ਚਾਹੀਦੀ, ਸਗੋਂ ਹਰ ਤਰ੍ਹਾਂ ਦੇ ਮਜ਼ਹਬੀ ਵਿਹਾਰ ਨੂੰ ਹੀ ਮਾੜਾ ਕਰਾਰ ਦੇਣਾ ਚਾਹੀਦਾ ਹੈ ਅਤੇ ਨਵੀਂ ਤਰ੍ਹਾਂ ਦੀ ਧਰਮ ਨਿਰਪੱਖਤਾ ਅਪਣਾਉਣੀ ਚਾਹੀਦਾ ਹੈ, ਜਿਹੜੀ ਹਰ ਤਰ੍ਹਾਂ ਦੇ ਜਨਤਕ ਧਾਰਮਿਕ ਕਾਰਜਾਂ ਨੂੰ ਨਫ਼ਰਤ ਕਰਦੀ ਹੋਵੇ ਡੰਡੀ। ਨਾਲ ਹੀ ਇਸ ਤੋਂ ਪਹਿਲਾਂ ਕਿ ਨੂਪੁਰ ਸ਼ਰਮਾ ਦੀ ਨਫ਼ਰਤੀ ਬਿਆਨਬਾਜ਼ੀ ਪ੍ਰਤੀ ਕਾਤਲਾਨਾ ਪ੍ਰਤੀਕਿਰਿਆਵਾਂ ਦਾ ਚੱਕਰ ਮੁੱਕਦਾ ਕਾਲੀ ਮਾਤਾ ਨੂੰ ਚਿੱਤਰ ਵਿੱਚ ਸਿਗਰਟ ਪੀਂਦੀ ਦਿਖਾਏ ਜਾਣ ਨਾਲ ਹਿੰਦੂ ਧਾਰਮਿਕ ਬੇਅਦਬੀ ਦਾ ਨਵਾਂ ਸਵਾਲ ਖੜਾ ਹੋ ਗਿਆ ਹੈ ਡੰਡੀ। ਧਾਰਮਿਕ ਪ੍ਰਤੀਕਾਂ ਨੂੰ ਪ੍ਰਸੰਗਾਂ ਅਤੇ ਰੀਤਾਂ ਨਾਲੋਂ ਤੋੜਨਾ ਬੜਾ ਦਿਲਚਸਪ ਆਧੁਨਿਕ ਪ੍ਰਾਜੈਕਟ ਹੈ। ਫਿਰ ਇਹ ਭਾਵੇਂ ਕਿਸੇ ਉੱਭਰਦੇ ਫਿਲਮਕਾਰ ਵਜੋਂ ਕਾਲੀ ਮਾਤਾ ਨੂੰ ਸਿਗਰਟ ਨੋਸ਼ੀ ਕਰਦੀ ਦਿਖਾਉਣਾ ਹੋਵੇ ਜਾਂ FM ਹੁਸੈਨ ਵੱਲੋਂ ਦੇਵੀ ਦਾ ਮਸ਼ਹੂਰ ਨਿਰਵਸਤਰ ਚਿੱਤਰ ਬਣਾਉਣਾ, ਪਰ ਅਸਰ ਅੰਦਾਜ਼ ਹੋਣ ਲਈ ਇਹ ਬਹੁਧਰਮੀ ਪ੍ਰਾਜੈਕਟ ਹੋਣਾ ਚਾਹੀਦਾ ਹੈ, ਜਿਹੜਾ ਬਾਗੀਆਂ ਦੇ ਸੰਗਮ ਵਜੋਂ ਕੰਮ ਕਰੇ, ਜਿੱਥੇ ਸਾਰੇ ਪੈਗੰਬਰਾਂ ਅਤੇ ਦੇਵਤਿਆਂ ਦਾ ਬਰਾਬਰ ਰੂਪ ਵਿੱਚ ਪ੍ਰਸੰਗ ਨਾਲੋਂ ਨਿਖੇੜਾ ਕੀਤਾ ਜਾਵੇ ਡੰਡੀ। ਉਂਝ ਇੱਕ ਭਾਰਤੀ ਪ੍ਰਧਾਨ ਮੰਤਰੀ ਜਿਸ ਨੇ ਕੰਪਿਊਟਰੀਕਰਨ ਅਤੇ ਦੂਰ ਸੰਚਾਰ ਪਹੁੰਚ ਰਾਹੀਂ ਕਾਲੀ ਨਾਲ ਆਧੁਨਿਕਤਾ ਦੀ ਸ਼ੁਰੂਆਤ ਕੀਤੀ, ਨੇ ਭਾਰਤ ਦੇ ਧਾਰਮਿਕ ਆਧੁਨਿਕਤਾ ਪ੍ਰਾਜੈਕਟ ਨੂੰ ਜ਼ੋਰ ਨਾਲ ਬੰਦ ਕਰ ਦਿੱਤਾ। ਜਦੋਂ ਉਸ ਨੇ ਸ਼ਾਹਬਾਨੋ ਕੇਸ ਦੇ ਫੈਸਲੇ ਨੂੰ ਉਲਟਾ ਦਿੱਤਾ ਅਤੇ ਸਲਮਾਨ ਰਸ਼ਦੀ ਦੀ ਕਿਤਾਬ ਸ਼ੈਤਾਨ ਦੀਆਂ ਆਇਤਾਂ ਉੱਤੇ ਪਾਬੰਦੀ ਲਾ ਦਿੱਤੀ ਡੰਡੀ। ਇਸੇ ਦੌਰ ਦੌਰਾਨ ਨਿਕੋਸ ਕਜ਼ਾਨਜ਼ਾਕਸ
ਦੀ ਸ਼ਾਨਦਾਰ ਕ੍ਰਿਤ ਉੱਤੇ ਆਧਾਰਿਤ ਫਿਲਮ ਦੀ ਲਾਸਟ ਟੈਂਪਟੇਸ਼ਨ। ਪੰਜਾਬੀ ਸ਼ਾਰਟਹੈਂਡ ਡਿਕਟੇਸ਼ਨ ਸਪੀਡ 95 ਸ਼ਬਦ ਪ੍ਰਤੀ ਮਿੰਟ। ਬੀ ਰੈਡੀ ਸਟਾਰਟ। ਜਿਹੜੇ ਹਮੇਸ਼ਾ ਧਾਰਮਿਕ ਬੇਅਦਬੀ ਦੇ ਵਿਚਾਰ, ਜਿਹੜਾ ਕਿਸੇ ਧਾਰਮਿਕ ਭਾਈਚਾਰੇ ਨੂੰ ਠੇਸ ਦਾ ਸ਼ਿਕਾਰ ਹੋਣ ਦੇ ਹੱਕ ਦਾ ਇਸਤੇਮਾਲ ਕਰਨ ਦਾ ਮੌਕਾ ਤੇ ਸਾਧਨ ਮੁਹੱਈਆ ਕਰਾਉਂਦਾ ਹੈ, ਤੋਂ ਹੀ ਈਰਖਾ ਕਰਦੇ ਸਨ। ਪਰ ਉਹ ਹੁਣ ਆਪਣੇ ਲਈ ਇਸ ਹੱਕ ਦੀ ਮੰਗ ਕਰ ਰਹੇ ਹਨ। ਡੰਡੀ। ਜੇ ਕੋਈ ਪ੍ਰਧਾਨ ਮੰਤਰੀ ਸੁਪਰੀਮ ਕੋਰਟ ਦੇ ਉੱਤੇ ਸ਼ਰੀਅਤ ਕਾਨੂੰਨ ਲਾਗੂ ਕਰਦਾ ਹੈ, ਆਮ ਸੋਝੀ ਉੱਤੇ ਧਾਰਮਿਕ ਕੱਟੜਤਾ ਅਤੇ ਨਾਗਰਿਕਤਾ ਉੱਤੇ ਸਮੂਹ ਦੀ ਪਛਾਣ ਲੱਦਦਾ ਹੈ, ਤਾਂ ਇਸ ਤਰ੍ਹਾਂ ਵਡੇਰੀ ਅਤੇ ਮੁਕਾਬਲਾ ਮੁਖੀ ਸਮੂਹ ਪਛਾਣ ਦੀ ਸਿਰਜਣਾ ਹੋਣ ਵਿੱਚ ਜ਼ਿਆਦਾ ਦੇਰ ਨਹੀਂ ਲੱਗੇਗੀ। ਡੰਡੀ। ਕਿਉਂਕਿ ਹੁਣ ਤੱਕ ਠੇਸ ਪਹੁੰਚਾਉਣ ਦੇ ਹੱਕ ਦਾ ਇਸਤੇਮਾਲ ਮੁੱਖ ਤੌਰ ਤੇ ਅਤੇ ਖੁੱਲ੍ਹੇਆਮ ਧਰਮ ਤਬਦੀਲੀ ਦੇ ਹਮਾਇਤੀਆਂ ਵੱਲੋਂ ਕੀਤਾ ਜਾਂਦਾ ਸੀ, ਜਿਨ੍ਹਾਂ ਧਾਰਮਿਕ ਆਜ਼ਾਦੀ ਦੇ ਸੰਵਿਧਾਨਿਕ ਅਧਿਕਾਰ ਨੂੰ ਝੁਕਾ ਲਿਆ ਸੀ। ਡੰਡੀ। ਇਸ ਲਈ ਜਦੋਂ ਕੋਈ ਈਸਾਈ ਧਰਮ ਪ੍ਰਚਾਰਕ ਬਾਈਬਲ ਦੀ ਇਹ ਆਇਤ ਦੁਹਰਾਉਂਦਾ ਹੈ, ਮੈਂ ਰਸਤਾ ਹਾਂ, ਸੱਚ ਹਾਂ ਤੇ ਜ਼ਿੰਦਗੀ ਹਾਂ, ਮੇਰੇ ਜ਼ਰੀਏ ਤੋਂ ਬਿਨਾਂ ਕੋਈ ਵੀ ਫਾਦਰ ਕੋਲ ਨਹੀਂ ਆ ਸਕਦਾ, ਤਾਂ ਉਹ ਉਹਨਾਂ ਜੋ ਈਸਾ ਮਸੀਹ ਨੂੰ ਮੰਨਦੇ ਹਨ ਨੂੰ ਛੱਡ ਕੇ ਹੋਰ ਸਾਰਿਆਂ ਲਈ ਈਸਾਈ ਸਵਰਗ ਦੇ ਬੂਹੇ ਬੰਦ ਕਰ ਰਿਹਾ ਹੁੰਦਾ ਹੈ, ਤੇ ਇਸ ਤਰ੍ਹਾਂ ਉਹ ਗੈਰ ਈਸਾਈਆਂ ਨੂੰ ਬੇਗਾਨੇ ਜਾਂ ਘੱਟ ਬਰਾਬਰ ਕਰਾਰ ਦੇ ਕੇ ਨਿੰਦਦਾ ਹੈ। ਡੰਡੀ। ਇਸੇ ਤਰ੍ਹਾਂ ਜਦੋਂ ਮੁਅੱਜ਼ਿਨ ਮਸਜਿਦ ਵਿੱਚ ਅਜ਼ਾਨ ਦੇਣ ਵਾਲਾ ਲਾ ਇਲਾਹਾ ਇল্লাল্লাਹ ਜਾਂ ਇਹ ਕਿ ਇੱਥੇ ਅੱਲਾ ਤੋਂ ਬਿਨਾਂ ਹੋਰ ਕੋਈ ਰੱਬ ਨਹੀਂ ਉਚਾਰਦਾ ਹੈ, ਤਾਂ ਉਹ ਦਿਨ ਵਿੱਚ 5 ਵਾਰ ਹੋਰ ਉਹਨਾਂ ਸਾਰਿਆਂ ਨੂੰ ਬੇਗਾਨਾ ਕਰਦਾ ਹੈ ਜੋ ਵੀ ਅੱਲਾ ਵਿੱਚ ਅਕੀਦਾ ਨਹੀਂ ਰੱਖਦੇ। ਡੰਡੀ। ਇੱਕ ਸਮਾਜ ਦੇ ਤੌਰ ਤੇ ਕੀ ਅਸੀਂ ਕੁਝ ਜ਼ਿਆਦਾ ਹੀ ਅਸੁਰੱਖਿਅਤ ਮਹਿਸੂਸ ਅਤੇ ਆਜ਼ਾਦ ਖਿਆਲੀ ਤੋਂ ਡਰਨ ਲੱਗ ਪਏ ਹਾਂ? ਪ੍ਰਸ਼ਨ ਚਿੰਨ੍ਹ। ਕਿਸੇ ਅਕੀਦੇ ਦੇ ਨਾਂ 'ਤੇ ਕੀ ਅਸੀਂ ਆਤਮ ਗਿਆਨ ਅਤੇ ਚੇਤਨਾ ਦੀਆਂ ਖਿੜਕੀਆਂ ਬੰਦ ਕਰ ਰਹੇ ਹਾਂ ਅਤੇ ਇਹ ਗੱਲ ਸਵੀਕਾਰ ਕਰਨ ਤੋਂ ਇਨਕਾਰੀ ਹੋ ਰਹੇ ਹਾਂ ਕਿ ਹਕੀਕਤ ਨੂੰ ਦੇਖਣ ਦੇ ਹੋਰ ਕਈ ਢੰਗ ਤਰੀਕੇ ਹੋ ਸਕਦੇ ਹਨ? ਡੰਡੀ। ਜੇ ਇੰਜ ਨਹੀਂ ਹੈ ਤਾਂ ਤੁਸੀਂ ਇੱਕ ਸੰਸਥਾਈ ਧਰਮ ਅੰਦਰਲੇ ਵਿਸ਼ਵਾਸਾਂ ਅਤੇ ਵਿਧੀਆਂ 'ਤੇ ਕਿੰਤੂ ਕਰਨ ਵਾਲੇ ਕਿਸੇ ਖਾਸ ਸਵਾਲ ਦੀ ਵਰਜਨਾ ਦੇ ਨੇਮ ਦਾ ਖੁਲਾਸਾ ਕਿੰਜ ਕਰੋਗੇ? ਪ੍ਰਸ਼ਨ ਚਿੰਨ੍ਹ। ਜੇ ਤੁਹਾਡੀਆਂ ਭਾਵਨਾਵਾਂ ਨੂੰ ਯਕਦਮ ਠੇਸ ਪਹੁੰਚਦੀ ਹੈ ਅਤੇ ਕਿਸੇ ਸਾਰਥਕ ਬਹਿਸ ਵਿੱਚ ਪੈਣ ਅਤੇ ਧਿਆਨ ਚਿੰਤਨ ਵਿੱਚ ਭਾਗ ਲੈਣ ਦੀ ਬਜਾਏ ਅਸੀਂ ਪੁਲਿਸ ਸਟੇਸ਼ਨਾਂ ਵਿੱਚ FIR ਦਰਜ ਕਰਾਉਣ ਨੂੰ ਤਰਜੀਹ ਦਿੰਦੇ ਹਾਂ, ਤਾਂ ਦੁਨੀਆ ਨੂੰ ਅਸੀਂ ਕਿਹੋ ਜਿਹਾ ਸੰਦੇਸ਼ ਦੇ ਰਹੇ ਹਾਂ? ਪ੍ਰਸ਼ਨ ਚਿੰਨ੍ਹ। ਜੇ ਫਰੈਡਰਿਕ ਨੀਤਸ਼ੇ ਅੱਜ ਦੇ ਭਾਰਤ ਵਿੱਚ ਆ ਕੇ ਆਖੇ ਕਿ ਰੱਬ ਫੌਤ ਹੋ ਗਿਆ ਹੈ, ਜਾਂ ਕਾਰਲ ਮਾਰਕਸ ਧਰਮ ਨੂੰ ਲੋਕਾਂ ਲਈ ਅਫੀਮ ਦੀ ਤਸ਼ਬੀਹ ਦੇਵੇ, ਤਾਂ ਕਬੀਰ ਸਾਨੂੰ ਇਹ ਸੰਦੇਸ਼ ਦੇਵੇ ਕਿ ਨਾ ਰੱਬ ਕਾਬੇ ਵਿੱਚ ਹੈ ਤੇ ਨਾ ਹੀ ਕੈਲਾਸ਼ 'ਤੇ, ਤਾਂ ਉੱਤਰ ਪ੍ਰਦੇਸ਼ ਜਾਂ ਗੁਜਰਾਤ ਦਾ ਕੋਈ ਪੁਲਿਸ ਅਫਸਰ ਉਹਨਾਂ ਨੂੰ ਗ੍ਰਿਫਤਾਰ ਕਰਨ ਲਈ ਆ ਧਮਕੇਗਾ? ਡੰਡੀ। ਮੈਂ ਇਹ ਨਹੀਂ ਕਹਿ ਰਿਹਾ ਕਿ ਕਿਸੇ ਦੇ ਧਾਰਮਿਕ ਵਿਸ਼ਵਾਸ ਤੇ ਰਹੁ ਰੀਤਾਂ ਨੂੰ ਨਿੰਦਣਾ ਜ਼ਰੂਰੀ ਹੈ, ਨਾ ਹੀ ਮੈਂ ਇਹ ਧਰਮ ਨਿਰਪੱਖ ਬੌਧਿਕ ਤਬਕੇ ਵੱਲੋਂ ਕਿਸੇ ਧਰਮ ਦੇ ਸ਼ਰਧਾਵਾਨਾਂ ਨੂੰ
ਪੰਜਾਬੀ ਸ਼ਾਰਟਹੈਂਡ ਡਿਕਟੇਸ਼ਨ ਸਪੀਡ 100 ਸ਼ਬਦ ਪ੍ਰਤੀ ਮਿੰਟ। ਬੀ ਰੈਡੀ। ਸਟਾਰਟ। ਜੋ ਹਰ ਚੀਜ਼ ਭਾਵੇਂ ਵਿਗਿਆਨ ਹੋਵੇ ਜਾਂ ਧਰਮ ਨੂੰ ਤਾਜ਼ਗੀ ਤੇ ਖੁੱਲ੍ਹੇਪਣ ਦੇ ਜ਼ਾਵੀਏ ਤੋਂ ਦੇਖਣ ਦੀ ਆਗਿਆ ਦਿੰਦਾ ਹੈ ਡੰਡੀ। ਲਿਹਾਜ਼ਾ ਰਚਨਾਤਮਕ ਤੇ ਖਾਸ ਚਿੰਤਨ ਮੰਥਨ ਨੂੰ ਕਿਸੇ ਸਿਹਤਮੰਦ ਤੇ ਲੋਕ ਰਾਜੀ ਸਮਾਜ ਦਾ ਇੱਕ ਖਾਸ ਪਹਿਲੂ ਦੇ ਤੌਰ 'ਤੇ ਦੇਖਣਾ ਜ਼ਰੂਰੀ ਹੈ ਡੰਡੀ। ਜ਼ਿੰਮੇਵਾਰ ਆਲੋਚਕ ਕਦੇ ਵੀ ਨਫ਼ਰਤੀ ਭਾਸ਼ਣਾਂ ਨੂੰ ਹੱਲਾਸ਼ੇਰੀ ਨਹੀਂ ਦਿੰਦਾ ਤੇ ਨਾ ਹੀ ਜ਼ਹਿਰੀਲੇ ਸੋਸ਼ਲ ਮੀਡੀਆ ਦੇ ਸੰਦੇਸ਼ਾਂ ਜਾਂ ਕਿਸੇ ਤਰ੍ਹਾਂ ਦੇ ਪ੍ਰਚਾਰ ਪ੍ਰਸਾਰ ਜ਼ਰੀਏ ਦੂਜਿਆਂ ਨੂੰ ਠੇਸ ਪਹੁੰਚਾ ਕੇ ਕਿਸੇ ਤਰ੍ਹਾਂ ਦਾ ਕੋਈ ਨਾਗਵਾਰ ਜਿਹਾ ਸੁਖਦ ਅਹਿਸਾਸ ਲੈ ਸਕਦਾ ਹੈ ਡੰਡੀ। ਇਸ ਦੀ ਬਜਾਏ ਉਹ ਸਾਨੂੰ ਇਹ ਮਹਿਸੂਸ ਕਰਾਉਂਦਾ ਹੈ ਕਿ ਸਿਰਫ ਹਿੰਦੂ, ਮੁਸਲਮਾਨ ਜਾਂ ਈਸਾਈ ਹੋਣ ਨਾਲੋਂ ਆਪਣੇ ਆਪ ਨੂੰ ਜਗਿਆਸੂ ਅਤੇ ਫਿਰਤੂ ਦੇ ਤੌਰ 'ਤੇ ਮੁੜ ਪਰਿਭਾਸ਼ਿਤ ਕਰਨਾ ਪਵੇਗਾ ਤਾਂ ਕਿ ਅਸੀਂ ਆਪਣੇ ਮਨ ਦੀਆਂ ਗੰਢਾਂ ਖੋਲ੍ਹਣ ਅਤੇ ਦੁਨੀਆ ਨੂੰ ਰਚਨਾਤਮਕ ਬਹੁਤਾਤ ਦੀ ਨਜ਼ਰ ਤੋਂ ਦੇਖਣ ਦਾ ਯਤਨ ਕਰਦੇ ਰਹੀਏ ਅਤੇ ਗੀਤਾ, ਪੁਰਾਣ, ਬਾਈਬਲ ਜਾਂ ਕੁਰਾਨ ਦੇ ਜੰਮੇ ਹੋਏ ਸ਼ਬਦਾਂ ਦੇ ਹਵਾਲੇ ਦੇਣ ਦੀ ਬਜਾਏ ਆਪਣੇ ਅਨੁਭਵ ਦੀ ਸਜੀਵਤਾ 'ਤੇ ਭਰੋਸਾ ਕਰ ਸਕੀਏ ਡੰਡੀ। ਇਹੀ ਉਹ ਅਲੋਕਾਰੀ ਉਦਮ ਹੈ ਜਿਸ ਨੂੰ ਸੰਸਥਾਈ ਧਰਮ ਅਕਸਰ ਖਤਮ ਕਰ ਦਿੰਦਾ ਹੈ ਡੰਡੀ। ਇਸ ਪ੍ਰਸੰਗ ਵਿੱਚ ਸਾਨੂੰ ਇੰਨੀ ਕੁ ਇਮਾਨਦਾਰੀ ਨਾਲ ਇਹ ਗੱਲ ਪ੍ਰਵਾਨ ਕਰਨੀ ਚਾਹੀਦੀ ਹੈ ਕਿ ਸੰਸਥਾਈ ਧਰਮ ਦੇ ਯਕੀਨ ਨੇ ਬੌਧਿਕ ਮੂੜ ਮੱਤ ਪੈਦਾ ਕੀਤੀ ਹੈ ਕਿਉਂਕਿ ਅਸੀਂ ਅੰਤਰੀਵ ਅਨੁਭਵ ਅਤੇ ਅਹਿਸਾਸ ਦੀ ਪ੍ਰਮਾਣਿਕਤਾ ਗਵਾਉਣ ਲਈ ਤਿਆਰ ਰਹਿੰਦੇ ਹਾਂ ਡੰਡੀ। ਇਸ ਦੀ ਬਜਾਏ ਕਿਸੇ ਤਰ੍ਹਾਂ ਦੀ ਮਾਨਸਿਕ ਸੁਰੱਖਿਆ ਦੇ ਨਾਂ 'ਤੇ ਅਸੀਂ ਤੋਤੇ ਬਣ ਜਾਂਦੇ ਹਾਂ। ਪਵਿੱਤਰ ਕਿਤਾਬਾਂ ਦੇ ਹਰ ਸ਼ਬਦ 'ਤੇ ਯਕੀਨ ਕਰਨ ਲੱਗ ਪੈਂਦੇ ਹਾਂ ਜਾਂ ਆਪਣੀ ਮੁਕਤੀ ਦੀ ਖਾਹਿਸ਼ ਲਈ ਯੰਤਰ ਦੀ ਤਰ੍ਹਾਂ ਅਸੀਂ ਕਰਮ ਕਾਂਡਾਂ ਦੇ ਪੁਲੰਦੇ ਨੂੰ ਆਤਮਸਾਤ ਕਰ ਲੈਂਦੇ ਹਾਂ ਡੰਡੀ। ਦੂਜੇ ਸ਼ਬਦਾਂ ਵਿੱਚ ਅਸੀਂ ਵੱਖੋ ਵੱਖਰੇ ਨਾਵਾਂ ਤੇ ਰੰਗਾਂ ਵਾਲੇ ਹਜੂਮ ਦਾ ਅੰਗ ਬਣ ਜਾਂਦੇ ਹਾਂ ਡੰਡੀ। ਬਿਨਾਂ ਸ਼ੱਕ ਈਸਾ ਨੇ ਪਿਆਰ ਦੀ ਕ੍ਰਿਸ਼ਮਈ ਤਾਕਤ ਦਾ ਅਨੁਭਵ ਕੀਤਾ ਹੋਵੇਗਾ ਡੰਡੀ। ਉਂਝ ਇਹ ਸਵਾਲ ਹੈ ਕਿ ਕੀ ਤੁਸੀਂ ਈਸਾਈ ਹੋਣ ਦੇ ਨਾਤੇ ਪਰਬਤ ਉੱਪਰ ਈਸਾ ਦੇ ਗਾਏ ਸ਼ਬਦ ਦਾ ਗਹਿਰੇ ਰਹੱਸ ਦਾ ਅਨੁਭਵ ਕੀਤਾ ਹੈ ਪ੍ਰਸ਼ਨ ਚਿੰਨ੍ਹ ਜਾਂ ਫਿਰ ਤੁਹਾਡਾ ਵਿਹਾਰਾ ਈਸਾ ਦੀ ਜੀਵਨ ਜਾਚ ਦੀ ਬਜਾਏ ਧਨ ਦੀ ਤਾਕਤ ਦੀ ਪੂਜਾ ਕਰਦਾ ਹੈ ਪ੍ਰਸ਼ਨ ਚਿੰਨ੍ਹ। ਇਸੇ ਤਰ੍ਹਾਂ ਹੋ ਸਕਦਾ ਹੈ ਕਿ ਕਥਾ ਉਪਨਿਸ਼ਦ ਵਿੱਚ ਨਚੀਕੇਤ ਨੇ ਮੌਤ ਦੀ ਪਹੇਲੀ ਦੇ ਅਰਥ ਬੁੱਝ ਲਏ ਹੋਣ ਪਰ ਹਿੰਦੂ ਹੋਣ ਦੇ ਨਾਤੇ ਕੀ ਅਸੀਂ ਇਹ ਅਨੁਭਵ ਕੀਤਾ ਹੈ ਕਿ ਹਉਮੈ ਦੀ ਧਾਰਨਾ ਵਿਚਲੇ ਅਭਿਮਾਨ ਦਾ ਝੂਠ ਹੁੰਦਾ ਹੈ ਪ੍ਰਸ਼ਨ ਚਿੰਨ੍ਹ ਜਾਂ ਅਸੀਂ ਮਹਿਜ਼ ਟੇਪ ਰਿਕਾਰਡਰ ਵਾਂਗ ਸ਼ਲੋਕ ਉਚਾਰਦੇ ਰਹਿੰਦੇ ਹਾਂ ਤੇ ਜਾਤ ਅਤੇ ਪਿੱਤਰ ਸਤਾ ਦੇ ਨਾਂ 'ਤੇ ਹਰ ਕਿਸਮ ਦੀ ਹਿੰਸਾ ਨੂੰ ਸ਼ੈ ਦਿੰਦੇ ਰਹਿੰਦੇ ਹਾਂ ਪ੍ਰਸ਼ਨ ਚਿੰਨ੍ਹ। ਦਰਅਸਲ ਜਦੋਂ ਸੰਸਥਾਈ ਧਰਮ ਜਾਂ ਰਹੁ ਰੀਤਾਂ ਦੀ ਮਕਾਨਕੀ ਸਾਨੂੰ ਸਵੈ ਅਨੁਭਵ ਦੇ ਅਮਲ ਵਿੱਚੋਂ ਲੰਘਣ ਤੋਂ ਡੱਕ ਦਿੰਦੀ ਹੈ ਤੇ ਇੰਜ ਅਸੀਂ ਪਛਾਣ ਦੇ ਨਿਰਮਾਣਕਾਰਾਂ ਦਾ ਭਾਰੀ ਬੋਝ ਢੋਂਦੇ ਰਹਿੰਦੇ ਹਾਂ ਡੰਡੀ। ਸਾਡੇ ਧਾਰਮਿਕ ਅਮਲ ਰੋਜ਼ 5 ਵਕਤ ਨਮਾਜ਼ ਅਦਾ ਕਰਨ ਜਾਂ ਐਤਵਾਰ ਨੂੰ ਗਿਰਜਾਘਰ ਵਿੱਚ ਪ੍ਰਾਰਥਨਾ ਕਰਨ ਤੱਕ ਮਹਿਦੂਦ ਰਹਿੰਦਾ ਹੈ ਡੰਡੀ। ਇਹ ਸਭ ਕੁਝ ਅੰਤਰੀਵ ਬਹੁਤਾਤ ਦੀ ਬਜਾਏ ਕਿਸੇ ਗੁਨਾਹ ਦੇ ਡਰ ਤੇ ਅਹਿਸਾਸ ਹੁੰਦਾ ਹੈ ਡੰਡੀ। ਇਹੀ ਨਹੀਂ ਸਗੋਂ ਅੰਦਰੂਨੀ ਖਾਲੀਪਣ ਅਤੇ ਗਹਿਰੇ ਅਹਿਸਾਸ ਤੋਂ ਬਿਨਾਂ ਸਾਨੂੰ ਇਹ ਯਕੀਨ ਨਹੀਂ ਹੁੰਦਾ ਕਿ ਚੇਤਨਾ ਜਾਂ ਮੋਕਸ਼ ਜਾਂ ਸਵਰਗ ਦੀ
सल्तनत की पंजाबी शॉर्ट हैंड डिक्टेशन स्पीड 100 शब्द प्रति मिनट बी रेडी स्टार्ट। ਇਸ ਕਰਕੇ ਕੋਈ ਆਲੋਚਕ ਸਾਨੂੰ ਝੰਜੋੜ ਦਿੰਦਾ ਹੈ ਅਤੇ ਅਸੀਂ ਇਸ ਪ੍ਰਤੀ ਹਿੰਸਕ ਢੰਗ ਨਾਲ ਪੇਸ਼ ਆਉਂਦੇ ਹਾਂ ਡੰਡੀ। ਇਸ ਦੇ ਉਲਟ ਸੱਚਾ ਸੁੱਚਾ ਜਗਿਆਸੂ ਬਿਲਕੁਲ ਵੱਖਰੇ ਢੰਗ ਨਾਲ ਵਿਹਾਰ ਕਰਦਾ ਹੈ ਡੰਡੀ। ਜੇ ਕੋਈ ਗੌਤਮ ਬੁੱਧ ਦੀ ਚੇਤਨਾ 'ਤੇ ਯਕੀਨ ਨਹੀਂ ਕਰਦਾ ਤਾਂ ਉਹ ਉਸ ਦੇ ਖਿਲਾਫ ਥਾਣੇ ਵਿੱਚ ਕੇਸ ਦਰਜ ਕਰਾਉਣ ਨਹੀਂ ਜਾਂਦੇ, ਸਗੋਂ ਉਹ ਉਸ ਸ਼ੰਕਾ ਕਰਨ ਵਾਲੇ 'ਤੇ ਕਰੁਣਾਮਈ ਮੁਸਕਰਾਹਟ ਨਾਲ ਤੱਕਦੇ ਜਿਸ ਦਾ ਕੋਈ ਮਤਲਬ ਹੁੰਦਾ ਡੰਡੀ। ਫਿਲਮਕਾਰ ਲੀਨਾ ਮਨੀਮੇ ਕਲਾਈ ਅਤੇ ਸਿਆਸਤਦਾਨ ਮਹੂਆ ਮੋਇਤਰਾ ਜਿਸ ਢੰਗ ਨਾਲ ਦੇਵੀ ਕਾਲੀ ਨੂੰ ਦੇਖਦੀਆਂ ਹਨ, ਰਾਮ ਕ੍ਰਿਸ਼ਨ ਨੇ ਉਹਨਾਂ ਖਿਲਾਫ ਨਫ਼ਰਤੀ ਮੁਹਿੰਮ ਚਲਾਉਣ ਦੀ ਪੈਰਵੀ ਨਹੀਂ ਕਰਨੀ ਸੀ ਡੰਡੀ। ਸੰਭਵ ਹੈ ਕਿ ਉਹ ਉਹਨਾਂ ਨੂੰ ਇਹ ਕਹਿ ਕੇ ਅਸ਼ੀਰਵਾਦ ਦਿੰਦੇ ਕਿ ਮੇਰੇ ਲਈ ਤੁਸੀਂ ਵੀ ਕਾਲੀ ਹੀ ਹੋ, ਮੈਂ ਤੁਹਾਡੇ ਅੰਦਰ ਵੀ ਦੈਵੀ ਝਲਕਾਰੇ ਦੇਖਦਾ ਹਾਂ ਡੰਡੀ। ਤੇ ਕਬੀਰ, ਰੂਮੀ ਅਤੇ ਨਿਜ਼ਾਮੂਦੀਨ ਔਲੀਆ ਜਿਹੇ ਮਹਾਂਪੁਰਸ਼, ਨੂਪੁਰ ਸ਼ਰਮਾ, ਸਲਮਾਨ ਰਸ਼ਦੀ ਤੇ MF ਹੁਸੈਨ ਵਰਗਿਆਂ ਦੇ ਮਾਮਲਿਆਂ ਨੂੰ ਪੁਲਿਸ ਇੰਸਪੈਕਟਰਾਂ, ਸ਼ੋਰੀਲੇ TV ਐਂਕਰਾਂ, ਕਾਨੂੰਨੀ ਮਾਹਿਰਾਂ ਤੇ ਜੱਜਾਂ ਦੇ ਉਲਟ ਕਿਤੇ ਜ਼ਿਆਦਾ ਵਡੱਪਣ ਤੇ ਸਾਰਥਿਕਤਾ ਨਾਲ ਲੈਂਦੇ ਡੰਡੀ। ਕੀ ਸੰਸਥਾਈ ਧਰਮ ਦੇ ਪੁਜਾਰੀਆਂ, ਮੁੱਲਿਆਂ ਤੇ ਸਿਆਸੀ ਗੁਰੂ ਕੰਟਾਲਾਂ ਨੇ ਗਿਣ ਮਿਥ ਕੇ ਪਿਆਰ, ਕਰੁਣਾ ਤੇ ਅੰਦਰੂਨੀ ਅਨੁਭਵ ਦੀ ਧਾਰਮਿਕਤਾ ਦਾ ਗਲਾ ਘੁੱਟ ਦਿੱਤਾ ਹੈ? ਪ੍ਰਸ਼ਨ ਚਿੰਨ੍ਹ। ਕੀ ਇਹੀ ਕਾਰਨ ਹੈ ਕਿ ਅਖੌਤੀ ਈਸਾਈ, ਇਸਲਾਮੀ, ਬੌਧ ਤੇ ਹਿੰਦੂ ਰਾਜ ਅਕਸਰ ਜੰਗਬਾਜ਼ੀ, ਖੂਨ ਖਰਾਬੇ ਤੇ ਹਿੰਸਾ ਵਿੱਚ ਗਲਤਾਨ ਰਹਿੰਦੇ ਹਨ? ਪ੍ਰਸ਼ਨ ਚਿੰਨ੍ਹ। ਬਤੌਰ ਅਧਿਆਪਕ ਮੈਂ ਅਕਸਰ ਆਪਣੇ ਆਪ ਤੋਂ ਪੁੱਛਦਾ ਹਾਂ, ਸਾਡੇ ਬੱਚਿਆਂ ਦਾ ਅਜਿਹੇ ਸਮਾਜ ਅੰਦਰ ਪਲ ਕੇ ਵੱਡੇ ਹੋਣ ਦਾ ਕੀ ਮਤਲਬ ਹੈ ਜੋ ਖੁੱਲ੍ਹ ਕੇ ਸਵਾਲ ਪੁੱਛਣ ਦੀ ਭਾਵਨਾ ਨੂੰ ਬਰਦਾਸ਼ਤ ਨਹੀਂ ਕਰਦਾ? ਪ੍ਰਸ਼ਨ ਚਿੰਨ੍ਹ। ਜਦੋਂ ਉਹ ਸਾਧੂਆਂ ਦੇ ਭੇਸ ਵਿੱਚ ਗੁੰਡੇ, ਬਦਮਾਸ਼ਾਂ, ਰੋਜ਼ਮर्रा ਜ਼ਿੰਦਗੀ ਵਿੱਚ ਜ਼ਹਿਰੀਲੇ ਸ਼ਬਦਾਂ ਦਾ ਇਲਹਾਮ ਅਤੇ ਧਾਰਮਿਕ ਕਰਮ ਵਿੱਚ ਹਿੰਸਾ ਦਾ ਮਹਿਮਾ ਮੰਡਨ ਹੁੰਦਾ ਦੇਖਦੇ ਹਨ ਤਾਂ ਉਹ ਕਿਸ ਕਿਸਮ ਦੀ ਵਿਸ਼ਵ ਦ੍ਰਿਸ਼ਟੀ ਗ੍ਰਹਿਣ ਕਰਦੇ ਹਨ? ਪ੍ਰਸ਼ਨ ਚਿੰਨ੍ਹ। ਇਸ ਤਰ੍ਹਾਂ ਦੇ ਬਦਬਖਤ ਰਾਜ ਜਾਂ ਸਮਾਜ ਦੀ ਕਲਪਨਾ ਮਾਤਰ ਹੀ ਮੈਨੂੰ ਝੰਜੋੜ ਕੇ ਰੱਖ ਦਿੰਦੀ ਹੈ ਡੰਡੀ। ਵਾਸਤੂ ਵਿਗਿਆਨੀਆਂ ਮੁਤਾਬਕ ਘਰ ਵਿੱਚ ਲਕਸ਼ਮੀ ਦੀ ਕਿਰਪਾ ਪਾਉਣ ਲਈ ਵਿਅਕਤੀ ਨੂੰ ਬਹੁਤ ਸਾਰੀਆਂ ਗੱਲਾਂ ਦਾ ਧਿਆਨ ਰੱਖਣ ਦੀ ਜ਼ਰੂਰਤ ਪੈਂਦੀ ਹੈ ਡੰਡੀ। ਇਸ ਮੁਤਾਬਕ ਜ਼ਿਆਦਾਤਰ ਘਰਾਂ 'ਚ ਗਰੀਬੀ ਦਾ ਕਾਰਨ ਉਹਨਾਂ ਦੇ ਘਰਾਂ 'ਚ ਮੌਜੂਦ ਵਾਸਤੂ ਦੋਸ਼ ਹੁੰਦੇ ਹਨ ਡੰਡੀ। ਜੇ ਤੁਹਾਡੇ ਘਰ ਵਿੱਚ ਕੁਝ ਅਜਿਹੇ ਵਾਸਤੂ ਦੋਸ਼ ਹਨ ਜਿਨ੍ਹਾਂ ਨੂੰ ਤੁਸੀਂ ਪਛਾਣ ਨਹੀਂ ਸਕਦੇ ਤਾਂ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਉਪਾਅ ਬਾਰੇ ਦੱਸਣ ਜਾ ਰਹੇ ਹਾਂ ਜੋ ਤੁਹਾਡੀ ਸਫਲਤਾ ਵਿੱਚ ਆ ਰਹੀ ਰੁਕਾਵਟ ਨੂੰ ਦੂਰ ਕਰਨਗੇ ਡੰਡੀ। ਵਾਸਤੂ ਜੋਤਿਸ਼ ਮੁਤਾਬਕ ਜੇ ਘਰ ਵਿੱਚ ਨੈਗੇਟਿਵ ਐਨਰਜੀ ਰਹਿੰਦੀ ਹੈ ਤਾਂ ਧਨ ਅਤੇ ਸੁੱਖ ਸਮਰਿੱਧੀ ਨਹੀਂ ਟਿਕਦੇ ਡੰਡੀ। ਜਿਸ ਘਰ ਵਿੱਚ ਸਾਫ਼ ਸਫਾਈ ਸਹੀ ਤਰੀਕਿਆਂ ਨਾਲ ਨਹੀਂ ਹੁੰਦੀ ਉਸ ਥਾਂ 'ਤੇ ਵੀ ਦੇਵੀ ਲਕਸ਼ਮੀ ਦੀ ਕਿਰਪਾ ਨਹੀਂ ਹੁੰਦੀ ਡੰਡੀ। ਸਾਫ਼ ਸਫਾਈ ਨਾ ਹੋਣ ਕਾਰਨ ਘਰ ਵਿੱਚ ਹਰ ਸਮੇਂ ਪੈਸਿਆਂ ਦੀ ਪਰੇਸ਼ਾਨੀ ਬਣੀ ਰਹਿੰਦੀ ਹੈ ਡੰਡੀ। ਜਿਸ ਘਰ ਵਿੱਚ ਮੱਕੜੀ ਦੇ ਜਾਲੇ ਹੁੰਦੇ ਹਨ ਉੱਥੇ ਨਕਾਰਾਤਮਕ ਊਰਜਾ ਵਾਸ ਕਰਦੀ ਹੈ ਅਤੇ ਇਸ ਦਾ ਮਾੜਾ ਅਸਰ ਘਰ ਦੇ ਮੈਂਬਰਾਂ ਦੀ ਸਿਹਤ ਉੱਤੇ ਵੀ ਪੈਂਦਾ ਹੈ ਡੰਡੀ। ਮੱਕੜੀ ਦੇ ਜਾਲੇ ਲੱਗਣ ਕਾਰਨ ਲੋਕਾਂ ਦਾ ਸੁਭਾਅ ਚਿੜਚਿੜਾ ਹੋਣ ਲੱਗਦਾ ਹੈ ਡੰਡੀ। ਉੱਥੇ ਰਹਿਣ ਵਾਲੇ ਲੋਕ ਹਰ ਸਮੇਂ ਕਿਸੇ ਨਾ ਕਿਸੇ ਮੁਸ਼ਕਿਲ ਵਿੱਚ ਰਹਿੰਦੇ ਹਨ ਡੰਡੀ।
ਵਾਸਤੂ ਮੁਤਾਬਕ ਦੱਖਣ ਨੂੰ ਯਮਰਾਜ